हाँ जी बेटा, ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਸਿਸਟਮ ਪਲਾਨਿੰਗ ਐਂਡ ਇਨੀਸ਼ੀਅਲ ਇਨਵੈਸਟੀਗੇਸ਼ਨ ਕੀ ਹੁੰਦਾ। ਲਾਸਟ ਵੀਡੀਓ ਦੇ ਵਿੱਚ ਆਪਾਂ ਬੇਟਾ ਡਿਸਕਸ ਕੀਤਾ ਸੀ ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ ਦੇ ਕਿੰਨੇ ਫੇਜ਼ਿਸ ਹੁੰਦੇ ਆ। ਉਹਨਾਂ ਫੇਜ਼ਿਸ ਦੇ ਵਿੱਚੋਂ ਜਿਹੜਾ ਸਿਸਟਮ ਪਲਾਨਿੰਗ ਐਂਡ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ, ਪਹਿਲਾ ਫੇਜ਼ ਹੈ। ਇਹਦੇ ਵਿੱਚ ਜਦੋਂ ਵੀ ਆਪਾਂ ਕੋਈ ਸਿਸਟਮ ਡਿਜ਼ਾਈਨ ਕਰਨਾ ਹੁੰਦਾ ਹੈ ਤਾਂ ਉਹ ਕੀ ਰਿਕੁਆਇਰਮੈਂਟ ਹੈ ਯੂਜ਼ਰ ਦੀਆਂ, ਜਾਂ ਕੋਈ ਐਗਜ਼ਿਸਟਿੰਗ ਸਿਸਟਮ ਪਿਆ ਹੁੰਦਾ ਉਹਦੇ ਵਿੱਚ ਕੀ ਇੰਪਰੂਵਮੈਂਟ ਕਰਨੀਆਂ ਨੇ, ਉਹਨਾਂ ਨੂੰ ਆਪਾਂ ਇਨਵੈਸਟੀਗੇਟ ਕਰਦੇ ਹਾਂ, ਉਹਨਾਂ ਦੀ ਆਪਾਂ ਰਿਕੁਆਇਰਮੈਂਟ ਕਲੈਕਟ ਕਰਦੇ ਹਾਂ ਅਤੇ ਇੱਕ ਡਾਕੂਮੈਂਟ ਤਿਆਰ ਕਰ ਲੈਂਦੇ ਹਾਂ। ਇਹ ਹੈਗਾ ਆਪਾਂ ਇਨੀਸ਼ੀਅਲ ਇਨਵੈਸਟੀਗੇਸ਼ਨ। ਇਨੀਸ਼ੀਅਲ ਇਨਵੈਸਟੀਗੇਸ਼ਨ ਦੀ ਡੈਫੀਨੇਸ਼ਨ ਕੀ ਹੈ? ਇਹ SDLC ਦਾ ਫਸਟ ਫੇਜ਼ ਹੈ, ਜਿਹਦੇ ਵਿੱਚ ਆਪਾਂ ਆਇਡੈਂਟੀਫਾਈ ਕਰਦੇ ਹਾਂ ਯੂਜ਼ਰ ਦੀਆਂ ਨੀਡਸ। ਯੂਜ਼ਰ ਕੀ ਚਾਹੁੰਦਾ ਹੈ, ਜਾਂ ਯੂਜ਼ਰ ਕਿਸੇ ਐਗਜ਼ਿਸਟਿੰਗ ਸਿਸਟਮ 'ਤੇ ਕੰਮ ਕਰ ਰਿਹਾ ਹੁੰਦਾ ਹੈ, ਉਹਨੂੰ ਚੇਂਜ ਕਰਨਾ ਚਾਹੁੰਦਾ ਹੈ, ਉਹਨੂੰ ਇੰਪਰੂਵ ਕਰਨਾ ਚਾਹੁੰਦਾ, ਜਾਂ ਕੁਛ ਉਹਦੇ ਵਿੱਚ ਨਵਾਂ ਐਡ ਕਰਨਾ ਚਾਹੁੰਦਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਇਨਵੈਸਟੀਗੇਟ ਕਰਾਂਗੇ। ਇਹਦੇ ਲਈ ਆਪਾਂ ਕੀ ਕਰਾਂਗੇ, ਜੋ ਵੀ ਆਬਜੈਕਟਿਵ ਹੈਗੇ ਆ ਯੂਜ਼ਰ ਦੇ, ਉਹਨਾਂ ਨੂੰ ਡਿਟਰਮਾਈਨ ਕਰਾਂਗੇ। ਫਿਰ ਆਪਾਂ ਚੈੱਕ ਕਰਾਂਗੇ ਕਿ ਜਿਹੜੇ ਉਹਦੇ ਆਬਜੈਕਟਿਵ ਹੈ ਜਾਂ ਜੋ ਰਿਕੁਐਸਟ ਕਰ ਰਿਹਾ ਹੈ, ਕੀ ਉਹ ਪੋਸੀਬਲ ਹੈ ਜਾਂ ਨਹੀਂ ਹੈ, ਵੈਲਿਡ ਹੈ ਜਾਂ ਨਹੀਂ ਹੈ। ਫਿਰ ਯੂਜ਼ਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ, ਯੂਜ਼ਰ ਦੀ ਨੀਡ ਦੇ ਅਕੋਰਡਿੰਗ ਆਪਾਂ ਆਇਡੈਂਟੀਫਾਈ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਨੀਡਸ ਹੈ, ਕਿਸ ਤਰ੍ਹਾਂ ਦਾ ਨਵਾਂ ਇਨਵਾਇਰਮੈਂਟ ਜਾਂ ਕਿਸ ਤਰ੍ਹਾਂ ਦੀ ਨਵੀਂ ਟੈਕਨੋਲੋਜੀ ਇਹਨੂੰ ਚਾਹੀਦੀ ਹੈ, ਜਾਂ ਕਿਸ ਤਰ੍ਹਾਂ ਦੇ ਹਾਰਡਵੇਅਰ ਜਾਂ ਸਪੋਰਟਿੰਗ ਸੋਫਟਵੇਅਰ ਇਹਨੂੰ ਚਾਹੀਦੀ ਹੈ, ਜੋ ਆਪਾਂ ਫੁੱਲਫਿਲ ਕਰ ਸਕੀਏ ਯੂਜ਼ਰ ਦੀਆਂ ਰਿਕੁਆਇਰਮੈਂਟ। ਯਾਨੀ ਯੂਜ਼ਰ ਕਿਸੇ ਐਗਜ਼ਿਸਟਿੰਗ ਸਿਸਟਮ ਦੇ ਉੱਤੇ ਕੰਮ ਕਰ ਰਿਹਾ ਹੁੰਦਾ, ਉਹਦੇ ਵਿੱਚ ਉਹ ਸੈਟਿਸਫਾਈ ਨਹੀਂ ਹੁੰਦਾ, ਉਹ ਕੁਛ ਅਮੈਂਡਮੈਂਟ ਕਰਵਾਉਣਾ ਚਾਹੁੰਦਾ, ਨਵੇਂ ਫੰਕਸ਼ਨ ਐਡ ਕਰਵਾਉਣਾ ਚਾਹੁੰਦਾ ਹੈ, ਦੈਨ ਆਪਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਕਰਾਂਗੇ। ਜਾਂ ਯੂਜ਼ਰ ਨਵੇਂ ਸਿਰੇ ਤੋਂ ਕੋਈ ਸਿਸਟਮ ਡਿਜ਼ਾਈਨ ਕਰਵਾਉਣਾ ਚਾਹੁੰਦਾ ਹੈ, ਦੈਨ ਵੀ ਆਪਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਕਰਾਂਗੇ। ਜਦੋਂ ਆਪਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਕਰਾਂਗੇ ਤਾਂ ਯੂਜ਼ਰ ਵੱਲੋਂ ਇੱਕ ਰਿਕੁਐਸਟ ਫਾਰਮ ਫਿਲ ਕਰਵਾਵਾਂਗੇ। ਉਹਦੇ ਵਿੱਚ ਕੀ ਹੈ ਕਿ ਜਿਹੜਾ ਕੰਮ ਯੂਜ਼ਰ ਚਾਹੁੰਦਾ ਹੈ, ਕਿਸ ਤਰ੍ਹਾਂ ਦਾ ਕੰਮ ਉਹ ਚਾਹੁੰਦਾ ਹੈ, ਉਹ ਅਸਾਈਨਡ ਵਰਕ ਨੂੰ ਇੱਕ ਟਾਈਟਲ ਦੇ ਦਿੱਤਾ ਜਾਏਗਾ। ਉਸ ਤੋਂ ਬਾਅਦ ਉਸ ਪ੍ਰੋਬਲਮ ਦੀ ਡੈਫੀਨੇਸ਼ਨ ਦਿੱਤੀ ਜਾਏਗੀ। ਫੋਰ ਐਗਜ਼ਾਮਪਲ, ਆਪਾਂ ਕਾਲਜ ਦੇ ਮਾਤਾ ਸਾਹਿਬ ਕੌਰ ਕਾਲਜ ਦਾ ਫੀਸ ਸਟਰਕਚਰ ਦਾ ਸੋਫਟਵੇਅਰ ਬਣਾਉਣਾ ਹੈ, ਫੀਸ ਕਿੱਦਾਂ ਮੈਨੇਜ ਕੀਤੀਆਂ ਜਾਣਗੀਆਂ, ਤਾਂ ਆਪਾਂ ਉਹਨੂੰ ਟਾਈਟਲ ਦੇ ਦਾਂਗੇ ਕਿ MSKG ਫੀਸ ਸਟਰਕਚਰ। ਉਸ ਤੋਂ ਬਾਅਦ ਪ੍ਰੋਬਲਮ ਦੀ ਡੈਫੀਨੇਸ਼ਨ ਕੀ ਹੈ? ਫੀਸ ਸਟਰਕਚਰ ਦੇ ਵਿੱਚ ਆਪਣੇ ਕੋਲ ਅਲੱਗ-ਅਲੱਗ ਕਲਾਸਿਸ ਨੇ, ਅਲੱਗ-ਅਲੱਗ ਕਲਾਸਿਸ ਦੀ ਜਿਹੜੀ ਫੀ ਹੈ ਉਹ ਅਲੱਗ-ਅਲੱਗ ਹੈ, ਡਿਫਰੈਂਟ ਨੰਬਰਸ ਨੇ। ਉਸ ਤੋਂ ਬਾਅਦ ਡਿਫਰੈਂਟ ਸਟੂਡੈਂਟ ਡਿਫਰੈਂਟ ਸਟਰੀਮ ਦੇ ਵਿੱਚ ਪਾਰਟੀਸਪੇਟ ਕਰਦੇ, ਐਨਰੋਲ ਹੁੰਦੇ ਹੈ। ਦੈਨ ਕਈ ਸਟੂਡੈਂਟ ਨੂੰ ਕੰਸੈਸ਼ਨ ਮਿਲਦਾ ਹੈ, ਕਈਆਂ ਦੀ ਕੋਈ ਹੋਰ ਰਿਕੁਆਇਰਮੈਂਟ ਹੁੰਦੀਆਂ ਨੇ, ਠੀਕ ਹੈ। ਤਾਂ ਹਰ ਤਰ੍ਹਾਂ ਦਾ ਜਿਹੜਾ ਹੈਗਾ ਪੈਸੇ ਨਾਲ ਰਿਲੇਟਡ ਜਿਹੜੀਆਂ ਟਰਮਸ ਨੇ, ਸਟੂਡੈਂਟ ਦੀ ਫੀਸ ਨਾਲ ਰਿਲੇਟਡ ਜਿਹੜੇ ਆਪਣੇ ਕੋਲ ਫੰਕਸ਼ਨਸ ਨੇ, ਉਹ ਸਾਰੇ ਆਪਾਂ ਇੱਕ ਟਾਈਟਲ ਦੇ ਅੰਦਰ ਲਿਖ ਦਾਂਗੇ ਕਿ ਆਹ ਸਾਡੀ ਪ੍ਰੋਬਲਮਸ ਹੈ। ਮੈਨੂਅਲੀ ਅਸੀਂ ਇਹ ਵਾਲੇ ਕੰਮ ਪਰਫੋਰਮ ਕਰਦੇ ਹਾਂ, ਫੀਸ ਕਲੈਕਟ ਕਰਦੇ ਹਾਂ, ਫਿਰ ਉਹਦੇ ਅਲੱਗ-ਅਲੱਗ ਤੁਹਾਡੇ ਹੈਗੇ ਆ ਕਿ ਆਪਾਂ ਫੰਡਸ ਬਣਾਏ ਹੋਏ ਆ, ਪਰਟੀਕੂਲਰ ਫੰਡ ਜਿਹੜੇ ਹੈ ਸਟੂਡੈਂਟ ਦੀ ਡਿਵੈਲਪਮੈਂਟ, ਇਨਫਰਾਸਟਰਕਚਰ, ਹਰ ਟਾਈਪ ਦੇ ਫੰਡਸ ਕਿੱਦਾਂ ਆਪਾਂ ਡਿਸਟਰੀਬਿਊਟ ਕਰਨੇ ਆ, ਉਹ ਆਪਾਂ ਇਸ ਸਟਰਕਚਰ ਦੇ ਵਿੱਚ ਡਿਫਾਈਨ ਕਰਾਂਗੇ। ਡੇਟ ਰਿਕੁਐਸਟ ਵਾਸ ਸਬਮਿਟਡ, ਕਿਸ ਦਿਨ ਯੂਜ਼ਰ ਨੇ ਤੁਹਾਨੂੰ ਰਿਕੁਐਸਟ ਭੇਜੀ ਸੀ ਜਾਂ ਰਿਕੁਐਸਟ ਕੀਤੀ ਸੀ ਕਿ ਮੇਰੇ ਲਈ ਇਹ ਵਾਲਾ ਸਿਸਟਮ ਬਣਾ ਦਿਓ, ਉਹ ਰਿਕੁਐਸਟ ਫਾਰਮ ਦੇ ਵਿੱਚ ਲਿਖਣਾ ਹੈ। ਡੇਟ ਜੋਬ ਸ਼ੁੱਡ ਬੀ ਕੰਪਲੀਟਡ, ਆਪਾਂ ਮੈਂਸ਼ਨ ਕਰਨਾ ਹੈ ਕਿ ਜੋ ਯੂਜ਼ਰ ਨੇ ਆਪਾਂ ਨੂੰ ਰਿਕੁਆਇਰਮੈਂਟ ਦਿੱਤੀਆਂ ਨੇ, ਉਹ ਰਿਕੁਆਇਰਮੈਂਟ ਆਪਾਂ ਕਦ ਤੱਕ ਪੂਰੀਆਂ ਕਰ ਸਕਦੇ ਹਾਂ। ਲਾਸਟ ਡੇਟ ਕਿਹੜੀ ਹੈ? ਪਰਪਸ ਆਫ ਜੋਬ ਰਿਕੁਐਸਟ, ਯੂਜ਼ਰ ਕਿਉਂ ਚਾਹੁੰਦਾ ਹੈ ਇਹ ਪਰਟੀਕੂਲਰ ਜੋਬ ਨੂੰ ਕਰਨਾ, ਜਾਂ ਪਰਟੀਕੂਲਰ ਪ੍ਰੋਬਲਮ ਆਪਣੇ ਤੋਂ ਸੋਲਵ ਕਰਾਉਣਾ ਕਿਉਂ ਚਾਹੁੰਦਾ ਹੈ, ਉਹਦਾ ਪਰਪਸ ਲਿਖ ਦਿਓ। ਇਹਦੇ ਵਿੱਚ ਕੀ ਹੋਏਗਾ ਕਿ ਜਦੋਂ ਆਪਾਂ ਇੱਕ ਡਾਕੂਮੈਂਟ ਤਿਆਰ ਕਰ ਲਿਆ ਕਿ ਜਿਹੜਾ ਯੂਜ਼ਰ ਆਪਣੇ ਕੋਲੇ ਸੋਫਟਵੇਅਰ ਇੰਜੀਨੀਅਰ ਕੋਲੇ ਆਇਆ ਹੈ, ਕਿਸ ਤਰ੍ਹਾਂ ਦੀ ਪ੍ਰੋਬਲਮ ਨੂੰ ਲੈ ਕੇ ਆਇਆ ਹੈ, ਉਸ ਪ੍ਰੋਬਲਮ ਦੇ ਵਿੱਚ ਕਿਹੜੇ ਫੰਕਸ਼ਨ ਆਪਾਂ ਸੋਲਵ ਕਰਨ ਨੂੰ ਕਹਿ ਰਿਹਾ ਹੈ, ਕਿਸ ਦਿਨ ਨੂੰ ਉਹਨੇ ਆਪਣੇ ਕੋਲੇ ਰਿਪੋਰਟ ਦਿੱਤੀ ਹੈ ਕਿ ਮੈਨੂੰ ਆਹ ਪ੍ਰੋਬਲਮ ਚਾਹੀਦੀ ਹੈ, ਕਿਸ ਦਿਨ ਆਪਾਂ ਉਹਨੂੰ ਕੰਪਲੀਟ ਕਰਨ ਦਾ ਵਾਅਦਾ ਕੀਤਾ ਹੈ, ਜਾਂ ਇਸ ਪਰਟੀਕੂਲਰ ਪ੍ਰੋਬਲਮ ਨੂੰ ਸੋਲਵ ਕਰਨ ਦਾ ਪਰਪਸ ਕੀ ਹੈ, ਕਿਉਂ ਯੂਜ਼ਰ ਚਾਹੁੰਦਾ ਹੈ, ਉਹਨੇ ਨਵਾਂ ਸਿਸਟਮ ਸ਼ੁਰੂ ਕੀਤਾ ਹੈ। ਉਸ ਤੋਂ ਬਾਅਦ ਇਸ ਪਰਟੀਕੂਲਰ ਜਿਹੜਾ ਸੋਫਟਵੇਅਰ ਆਪਾਂ ਤਿਆਰ ਕਰਾਂਗੇ, ਸਿਸਟਮ ਆਪਾਂ ਤਿਆਰ ਕਰਾਂਗੇ, ਉਹਦੇ ਤੋਂ ਕੀ ਬੈਨੀਫਿਟਸ ਹੋਣਗੇ, ਯੂਜ਼ਰ ਨੂੰ ਕੀ ਬੈਨੀਫਿਟ ਹੋਣਗੇ, ਆਮ ਪਬਲਿਕ ਨੂੰ ਕੀ ਬੈਨੀਫਿਟ ਹੋਣਗੇ, ਇਨਪੁੱਟ ਕਿੱਥੋਂ ਆਉਣਗੇ, ਆਊਟਪੁੱਟ ਕਿੱਦਾਂ ਡਿਫਾਈਨ ਕੀਤੀ ਜਾਏਗੀ, ਇਨਪੁੱਟ ਡਾਟਾ ਕੋਈ ਐਂਟਰੀ ਹੋਏਗੀ ਡਾਟਾਬੇਸ ਦੇ ਵਿੱਚ, ਜਾਂ ਕੋਈ ਸਿਰਫ ਕਮਾਂਡ ਹੋਏਗੀ, ਆਊਟਪੁੱਟ ਕਿੱਦਾਂ ਜਨਰੇਟ ਹੋਣਗੇ, ਕਿਸ ਤਰ੍ਹਾਂ ਦੀ ਰਿਪੋਰਟ ਤਿਆਰ ਹੋਏਗੀ, ਜਾਂ ਸਿਰਫ ਇੱਕ ਮੈਸੇਜ ਡਿਸਪਲੇ ਹੋਏਗਾ। ਉਸ ਤੋਂ ਬਾਅਦ ਰਿਕੁਐਸਟ ਜਿਹਨੇ ਕੀਤੀ ਆ ਉਹਦੇ ਟਾਈਟਲ, ਉਹਦਾ ਸਿਗਨੇਚਰ ਹੋਣਗੇ,
डिपार्टमेंट किहड़ा है, उहदा कंटैक्ट नंबर यानी उहदी पर्सनल डिटेल सारी। फिर उस तो बाद जिहड़ा परसन ने रिक्वेस्ट अप्रूव की है कि हाँ इस पर्टिकुलर चीज़ के उत्ते काम हो सकता है, ਜਾਂ ਇਹ पर्टिकुलर प्रॉब्लम सॉल्व हो सकती है, ਜਾਂ इस तरह का सिस्टम डिज़ाइन हो सकता है, उस परसन के साइन टाइटल तो वह डिपार्टमेंट फुल इनफॉर्मेशन वही परसनल इनफॉर्मेशन इस डॉकूमेंट के उत्ते होएगी। तो ये पहली चीज़ जी आप इनिशियल इन्वैसटीगेशन के तैयार करांगे वो यूज़र नाल रिलेटिड इनफॉर्मेशन होएगी, यूज़र दियाँ रिक्वायरमेंट के नाल रिलेटिड इनफॉर्मेशन होएगी। इज इट क्लीयर बेटा, सारिਆਂ ਨੂੰ क्लीयर है ये चीज़? हाँ जी बच्चे, हैलो। यस मैम। हाँ जी, नैक्सट बच्चे है ये हैगा कि जो आप इनिशियल इन्वैसटीगेशन करांगे पहला यूज़र के नाल आप इंटरव्यू करिए, भावें ਉਹਦੇ ਨਾਲ फ़ोन ते गल करिए, भावें ਉਹਨੂੰ एक फॉर्म दे दीए फिल करन दे लई। ਇਹ ਪਹਿਲਾ हैगा कि यूज़र दियाँ ਜਿਹੜੀਆਂ है रिक्वेस्ट फॉर्म ਦੇ ਉੱਤੇ ਉਹਦੀ इनफॉर्मेशन आप स्टोर करवा लीए। दूसरी है नीड्स आइडेंटिफिकेशन। नीड्स की है कि जदों भी किसी सिस्टम नूं आपां डिज़ाइन करना हुंदा है, सारिਆਂ नालों पहला आपां नूं उस प्रॉब्लम दा प्रॉपर पता होना चाहिए कि एक्चुअल दे विच प्रॉब्लम है कि यूज़र की चाहुंदा है। यूज़र ने नवां बिजनस स्टार्ट किया, उहदे लई ओह सॉफ्टवेयर चाहुंदा है, यूज़र एग्जिस्टिंग सॉफ्टवेयर दे उत्ते काम कर रहा सी, ओह तो सैटिस्फाई नहीं सी, उहदे विच चेंजिस चाहुंदा सी, ਜਾਂ किस तरह की नीड है पहला आपां नूं उस वट इज़ द प्रॉब्लम पहला वो समझनी पएगी। उन्होंने आप थॉरली इन्वैसटीगेट करते हैं, आप रफली एक चैक करते हैं कि यूज़र के माइंड दे विच की है। फिर ਉਹਦੇ ਵਿੱਚ ਆਪਾਂ ਦੇਖਾਂਗੇ, ਫਿਰ ਫਰਦਰ ਆਪਾਂ ਸੋਲੂਸ਼ਨ ਤੇ ਜਾਵਾਂਗੇ ਕਿ ਇਸ ਯੂਜ਼ਰ ਦੇ ਮਾਈਂਡ 'ਚ ਜਿਹੜੀ ਪ੍ਰੋਬਲਮ ਹੈ ਉਹਨੂੰ ਸੋਲਵ ਕਿਸ ਤਰ੍ਹਾਂ ਕੀਤਾ ਜਾਂਦਾ, ਕਿੰਨੇ ਸੋਲੂਸ਼ਨ ਹੈ ਉਹਦੇ, ਉਹਨਾਂ ਸੋਲੂਸ਼ਨ ਦੇ ਵਿੱਚੋਂ ਬੈਸਟ ਆਪਾਂ ਚੂਜ਼ ਕਰਨਾ ਹੈ। ਉਸ ਤੋਂ ਬਾਅਦ यूज़र की नीड्स तो बाद आप ये भी यूज़र नूं आपां पूरी तरह इन्वैसटीगेट करांगे कि यूज़र कुछ एक्सट्रा तो नहीं चाहता, एक्चुअल दे विच की वांट करता। मे बी यूज़र इन्ना पढ़िया लिखिया ना होवे, या यूज़र इन्ना टैक सेवी ना होवे कि उन्होंने नॉलेज ना होवे कि एक चीज़ां सॉल्व हो सकदियां ना सॉल्व हो सकदी, जां उन्होंने एक्सप्लेन करना नहीं आ रहा। दैन आपां ये है ब्रेन स्टॉर्मिंग क्वेश्चन उन्होंने राइज करांगे, दैन उहदे आंसर दे विच आपां ये फाइंड आउट करांगे यूज़र की एक्चुअल च वांट की है। जदों आप यूज़र दियाँ रिक्वायरमेंट है वो कलैक्ट कर लांगे, डिटरमाइन कर लांगे। पहला तो देखो जो सिस्टम है यूज़र दियाँ रिक्वायरमेंट है वो फाइंड आउट करनियाँ सारे नालों औखा टास्क हुंदा है, सब नालों डिफिकल्ट टास्क है। रीज़न पता की हुंदा है कि यूज़र टाइम टू टाइम मॉडिफाई हुंदा रहिंदा है। यूज़र अपनी रिक्वायरमेंट चेंज करदा रहिंदा, नहीं मैं ये क्या सी, मैं ये नहीं किया सी, मैं तो चाहता नहीं सी, मैं फंक्शन इस तरह रन होना चाहता सी। तो ये सारियां चेंजिस आपां नूं पता कि फ्यूचर दे विच आउणगीआं, तो इसलिए पहला ही लिखवाना जरूरी है। आर्टिकुलेशन ऑफ रिक्वायरमेंट इज़ डिफिकल्ट। जिहड़ियां रिक्वायरमेंट बंदे ने बोल दित्तियां, बोलना बहुत सौखा है, बट उन्होंने एक्चुअल दे विच इंप्लीमेंट करना टफ हुंदा है। तो उन्होंने किस तरह आप एक आर्ट फॉर्म दे विच लैके आवांगे, किस तरह राइट करांगे कि यूज़र ने बोलता कि मैं तो यह फंक्शन चाहना है जिहदे विच कोई सबमिट बटन ते क्लिक करे तो फोटो आ जाए। तो आपां सोचना हैगा कि फोटो आ जाए, फोटो अपीयर हो जाए, जां कोई भी टास्क परफॉर्म हो जाए कि एक्चुअल दे विच सॉल्व है, उन्होंने आपां सिस्टमैटिकल वे नाल रन कर सकते हाँ या नहीं कर सकते। हैवी यूज़र इन्वॉल्वमेंट मोटिवेशन आर डिफिकल्ट। जदों यूज़र हर काम दे विच इन्वॉल्व हुंदा है शुरू तो लैके एंड तक, उन्होंने अपनी रिक्वायरमेंट दस दियाँ, उस तो बाद वो ये भी चैक करे तुसीं लिख किद्दां रहे हो, रिक्वायरमेंट सॉल्व किद्दां होणीआं, की सोल्यूशन आउणगे, किद्दां प्लेटफॉर्म। वो काम जिहड़ा हुंदा है सॉफ्टवेयर डिवेलपर दा हुंदा है। जदों वो ज़्यादा इन्वॉल्व हो जाता यूज़र, दैन आपां नूं प्रॉब्लम आउंदी है, प्रॉब्लम नूं जिहड़ियां रिक्वायरमेंट नूं अचीव करन दे विच या प्रॉब्लम नूं सॉल्व करन दे विच। The pattern of interaction between the user and analyst is a design format requirement is complex. जदों यूज़र प्रॉपरली एक्सप्लेन नहीं कर पाता सिस्टम एनालिसिस नूं, ਜਾਂ सिस्टम एनालिसिस सैटिस्फाई नहीं कर पाता अपनी गल्लां दे नाल ਜਾਂ अपने डिज़ाइन दे नाल यूज़र नूं। इन्हां सारियां प्रॉब्लम्स करके आपां नूं जिहड़ियां इन्फॉर्मेशन कलैक्ट करनी सारे नाल डिफिकल्ट टास्क हुंदा है कि जदों आपां एक बार यूज़र नूं सैटिस्फाई करता कि तुहाड़ियां सारियां नीड्स है, तुहाड़ियां सारियां रिक्वायरमेंट्स है, असी अचीव कर लिया ने, सानू फाइंड आउट हो गया है, सानू पता चल गया कि तुसी की चाहते हो, दैन उदों बाद आप सिस्टम नूं डिवेलप करना शुरू करते हैं। उदों तक आप सैटिस्फाई नहीं होना, आप नहीं ये सोच सकते कि यूज़र की हर रिक्वायरमेंट अपने को आ गई, फिर यूज़र तो चैक करवानी है। किस तरह की स्ट्रैटेजी तुसी अडॉप्ट करते हो जो यूज़र दी रिक्वायरमेंट इकट्ठियां कर रही हैं? पहला है किचन सिंक स्ट्रैटेजी। ये विच की हैगा कि बारी बारी जिहड़ियां हैगियां
ਜਿਹੜੀਆਂ ਬਾਰੀ ਹੈ ਰਿਕੁਆਇਰਮੈਂਟ ਉਹ ਆ ਰਹੀਆਂ ਨੇ, ਬਾਰੀ ਚੇਂਜ ਹੋ ਰਹੀਆਂ ਨੇ, ਜਾਂ ਯੂਜ਼ਰ ਇੰਨਾ ਕੁਛ ਐਕਸਪਲੇਨ ਕਰ ਰਿਹਾ ਹੈ ਕਿ ਆਪਣੇ ਕੋਲੇ ਉਹ ਓਵਰਬਰਡਨ ਹੋ ਚੁੱਕਿਆ ਹੈ, ਆਪਣੇ ਸਿੰਕ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨਹੀਂ ਆ ਰਹੀਆਂ ਨੇ, ਆਪਣੇ ਮਾਈਂਡ ਦੇ ਵਿੱਚ ਉਹ ਨਹੀਂ ਆ ਰਹੀਆਂ ਨੇ। ਤਾਂ ਪਹਿਲੀ ਸਟ੍ਰੈਟਜੀ ਹੈ ਕਿਚਨ ਸਿੰਕ ਕਿ ਸਾਰੀਆਂ ਇੱਕ ਵਾਰ ਇਕੱਠੀਆਂ ਕਰ ਲਓ, ਜਿੰਨਾ ਕੁਛ ਯੂਜ਼ਰ ਕਹਿੰਦਾ ਉਹ ਸਾਰਾ ਕੁਛ ਇੱਕ ਵਾਰ ਇਕੱਠਾ ਕਰ ਲਓ। ਇਕੱਠਾ ਕਰਨ ਤੋਂ ਬਾਅਦ ਫਿਰ ਉਹਦੇ ਵਿੱਚੋਂ ਆਪਾਂ ਦੇਖੀਏ ਕਿ ਕਿਹੜੀ ਚੀਜ਼ ਆਪਣੇ ਫਾਇਦੇ ਦੀ ਹੈ, ਜਾਂ ਕਿਹੜੀ ਚੀਜ਼ ਆਪਾਂ ਅਚੀਵ ਕਰ ਸਕਦੇ ਹਾਂ, ਜਾਂ ਕਿਹੜੀ ਚੀਜ਼ ਆਪਾਂ ਡਿਸਕਾਰਡ ਕਰਨੀ ਹੈ। ਠੀਕ ਹੈ, ਤਾਂ ਸਾਰੀਆਂ ਦੀਆਂ ਸਾਰੀਆਂ ਰਿਕੁਆਇਰਮੈਂਟ ਕਿਚਨ ਦੇ ਸਿੰਕ ਦੀ ਤਰ੍ਹਾਂ ਸਭ ਕੁਛ ਇੱਕੋ ਜਗ੍ਹਾ 'ਤੇ ਇਕੱਠਾ ਕਰ ਲਓ। ਇਕੱਠਾ ਕਰਨ ਤੋਂ ਬਾਅਦ ਫਿਰ ਛਟਨੀ ਕਰੋ, ਫਿਰ ਉਹਦੀ ਸਾਫ਼ ਸਫਾਈ ਕਰੋ ਕਿ ਹੁਣ ਇਹਦੇ ਵਿੱਚੋਂ ਕਿਹੜੀਆਂ ਟੈਕਨੀਕਲੀ ਪੋਸੀਬਲ ਹੈ, ਕਿਹੜੀ ਚੀਜ਼ ਟੈਕਨੀਕਲੀ ਪੋਸੀਬਲ ਨਹੀਂ ਹੈ, ਕਿਹੜੀ ਚੀਜ਼ ਦਾ ਆਪਾਂ ਸੋਲਿਊਸ਼ਨ ਲੱਭ ਸਕਦੇ ਹਾਂ, ਜਾਂ ਕਿਹੜੀ ਚੀਜ਼ ਦਾ ਕੋਈ ਸੋਲਿਊਸ਼ਨ ਨਹੀਂ ਹੈ। ਦਿਸ ਅਪਰੋਚ ਯੂਜ਼ਲੀ ਰਿਫਲੈਕਟ ਦ ਯੂਜ਼ਰਸ ਲੈਕ ਆਫ ਐਕਸਪੀਰੀਅੰਸ ਇਨ ਏਰੀਆ। ਜਦੋਂ ਕਿਚਨ ਸਿੰਕ ਸਟ੍ਰੈਟਜੀ ਆਪਾਂ ਕਦੋਂ ਅਪਣਾਉਣੇ ਆ? ਆਪਾਂ ਉਦੋਂ ਅਪਣਾਉਣੇ ਆ ਬੇਟਾ ਜਦੋਂ ਯੂਜ਼ਰ ਨੂੰ ਨੌਲੇਜ ਨਹੀਂ ਹੁੰਦੀ, ਉਹਨੂੰ ਐਕਸਪਲੇਨ ਕਰਨਾ ਨਹੀਂ ਆ ਰਿਹਾ, ਜਾਂ ਉਹਨੂੰ ਪਰਟੀਕੂਲਰ ਏਰੀਆ ਦਾ ਐਕਸਪੀਰੀਅੰਸ ਨਹੀਂ ਹੈ। ਮੰਨ ਲਓ ਕਿ ਉਹਨੇ ਨਵਾਂ ਬਿਜ਼ਨਸ ਸਟਾਰਟ ਕੀਤਾ ਅਤੇ ਉਹਨੂੰ ਨਹੀਂ ਪਤਾ ਕਿ ਕਿੱਦਾਂ ਕੰਮ ਕਰਨਾ ਹੈ, ਦੈਨ ਉਹਦੇ ਕੋਲ ਆਹ ਵੀ ਚਾਹੀਦਾ, ਭਾਵੇਂ ਉਹਦੀ ਜ਼ਰੂਰਤ ਹੋਵੇ ਨਾ ਜ਼ਰੂਰਤ ਹੋਵੇ, ਤੂੰ ਸਾਰਾ ਕੁਛ ਇਕੱਠਾ ਕਰ ਲੈਣਾ। ਦੂਸਰਾ ਹੈਗਾ ਸਮੋਕਿੰਗ ਸਟ੍ਰੈਟਜੀ। ਜਦੋਂ ਤੁਸੀਂ ਰਿਕੁਆਇਰਮੈਂਟ ਇਕੱਠੀਆਂ ਕਰਨੀਆਂ ਹੈ ਯੂਜ਼ਰ ਦੀਆਂ, ਉਹਦੇ ਵਿੱਚੋਂ ਇੱਕ ਜਾਂ ਦੋ ਨੀਡਸ ਤੁਸੀਂ ਮੇਨ ਜਿਹੜੀਆਂ ਹੈ ਉਹ ਯੂਜ਼ਰ ਦੀਆਂ ਫਾਈਂਡ ਆਊਟ ਕਰ ਲਓ ਕਿ ਯੂਜ਼ਰ ਐਕਚੁਅਲ 'ਚ ਕੀ ਕਹਿ ਚਾਹੁੰਦਾ ਹੈ। ਇਹਦੇ ਵਿੱਚ ਕੀ ਹੈ ਕਿ ਇੱਕ ਦੋ ਰਿਕੁਆਇਰਮੈਂਟ ਦੇ ਨਾਲ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਯੂਜ਼ਰ ਕਿਸ ਤਰ੍ਹਾਂ ਦਾ ਬਿਜ਼ਨਸ ਸਟਾਰਟ ਕਰ ਰਿਹਾ, ਜਾਂ ਕਿਸ ਤਰ੍ਹਾਂ ਦਾ ਸੋਫਟਵੇਅਰ ਜਾਂ ਕਿਸ ਤਰ੍ਹਾਂ ਦਾ ਸਿਸਟਮ ਉਹਨੂੰ ਚਾਹੀਦਾ ਹੈ। ਉਸ ਤੋਂ ਬਾਅਦ ਤੁਸੀਂ ਆਪਣੇ ਤਰੀਕੇ ਦੇ ਨਾਲ ਉਹਦੇ ਵਿੱਚ ਕੀ ਅਮੈਂਡਮੈਂਟ ਕਰ ਸਕਦੇ ਹੋ, ਕਿੱਦਾਂ ਚੀਜ਼ਾਂ ਪੋਸੀਬਲ ਹੈ। ਰਿਕੁਐਸਟ ਦੇ ਵਿੱਚ ਤੁਸੀਂ ਆਪਣੇ ਜਿਹੜੇ ਹੈਗੇ ਆ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਜਾਂ ਆਪਣੇ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਉਹਦੇ ਵਿੱਚ ਚੀਜ਼ਾਂ ਐਡ ਕਰ ਲਓ। ਸੇਮ ਥਿੰਗ ਸਟ੍ਰੈਟਜੀ ਦੇ ਵਿੱਚ ਕੀ ਹੁੰਦਾ ਹੈਗਾ ਕਿ ਯੂਜ਼ਰ ਦਾ ਲੈਜ਼ੀਨੈਸ ਹੁੰਦਾ, ਉਹਦੇ ਵਿੱਚ ਨੌਲੇਜ ਨਹੀਂ ਹੁੰਦੀ ਪ੍ਰੋਪਰ। ਦੈਨ ਕੀ ਹੁੰਦਾ ਹੈਗਾ ਕਿ ਆਪਾਂ ਆਪਣਾ ਜਿਹੜਾ ਆਈਡੀਆ ਹੁੰਦਾ ਹੈ, ਆਪਣਾ ਜਿਹੜਾ ਫੋਰਮੈਟ ਹੁੰਦਾ, ਉਸ ਬੰਦੇ ਨੂੰ ਸਮਝਾ ਦਈਏ, ਯੂਜ਼ਰ ਨੂੰ ਸਮਝਾ ਦਈਏ ਕਿ ਐਕਚੁਅਲ ਦੇ ਵਿੱਚ ਇਸ ਪ੍ਰੋਬਲਮ ਨੂੰ ਸੋਲਵ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਜਾਂ ਜੋ ਵੀ ਬਿਜ਼ਨਸ ਜਾਂ ਸਿਸਟਮ ਤੁਸੀਂ ਡਿਵੈਲਪ ਕਰਨਾ ਚਾਹੁੰਦੇ ਹੋ, ਉਹ ਸਿਸਟਮ ਪੋਸੀਬਲ ਹੋ ਸਕਦਾ ਹੈ ਇਹਨਾਂ ਰਿਕੁਆਇਰਮੈਂਟ ਦੇ ਨਾਲ। ਤੁਹਾਨੂੰ ਪ੍ਰੋਬਲਮ ਇੱਦਾਂ ਐਕਸਪਲੇਨ ਕਰਨੀ ਚਾਹੀਦੀ ਹੈ। ਇਹਦੇ ਵਿੱਚ ਕੀ ਹੈ, ਯੂਜ਼ਰ ਦੀ ਇਨਵੋਲਵਮੈਂਟ ਬਹੁਤ ਘੱਟ ਹੁੰਦੀ ਹੈ। ਤੁਸੀਂ ਜਰਨਲ ਸਿਸਟਮ ਬਣਾ ਰਹੇ ਹੋ ਤਾਂ ਜਰਨਲ ਆਈਡੀਆ ਤੁਹਾਡੇ ਮਾਈਂਡ 'ਚ ਪਹਿਲਾਂ ਹੋਣਾ ਚਾਹੀਦਾ ਹੈ ਕਿ ਇਸ ਪਰਟੀਕੂਲਰ ਪ੍ਰੋਬਲਮ ਨੂੰ ਇਸ ਤਰੀਕੇ ਦੇ ਨਾਲ ਸੋਲਵ ਕੀਤਾ ਜਾ ਸਕਦਾ ਹੈ। ਸਮਟਾਈਮਸ ਕੀ ਹੁੰਦਾ ਹੈਗਾ, ਹਿਊਮਨ ਦੀ ਲਿਮਿਟੇਸ਼ਨਸ ਹੁੰਦੀ ਹੈ ਕਿ ਜਿਹੜੇ ਹੈਗੇ ਆ ਜਿਹੜੀ ਹਿਊਮਨ ਦੀ ਇਨਫੋਰਮੇਸ਼ਨ ਪ੍ਰੋਸੈਸ ਹੁੰਦਾ ਬੇਟਾ, ਹਰ ਬੰਦੇ ਨੂੰ ਪੂਰੀ ਤਰ੍ਹਾਂ ਚੀਜ਼ਾਂ ਯਾਦ ਨਹੀਂ ਰਹਿੰਦੀਆਂ, ਅਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਉਹ ਐਕਸਪਲੇਨ ਕਰਨਾ ਚਾਹੁੰਦਾ, ਸਮਟਾਈਮਸ ਉਹਦੇ ਮਾਈਂਡ 'ਚੋਂ ਸਕਿਪ ਹੋ ਜਾਂਦੀਆਂ ਨੇ ਚੀਜ਼ਾਂ। ਇਸ ਹਿਊਮਨ ਦੇ ਇਨਫੋਰਮੇਸ਼ਨ ਪ੍ਰੋਸੈਸ ਕਰਕੇ ਪ੍ਰੋਬਲਮਸ ਆਉਂਦੀ ਹੈ ਕਿ ਯੂਜ਼ਰ ਸਮਟਾਈਮ ਆਪਣੀ ਜਿਹੜੀਆਂ ਇਨਫੋਰਮੇਸ਼ਨ ਉਹਨੂੰ ਪ੍ਰੋਪਰਲੀ ਦੱਸ ਨਹੀਂ ਪਾਉਂਦਾ, ਜਾਂ ਉਹਦੇ ਮਾਈਂਡ 'ਚੋਂ ਸਕਿਪ ਹੋ ਜਾਂਦੀਆਂ, ਜਾਂ ਉਹਨੂੰ ਨੌਲੇਜ ਨਹੀਂ ਹੁੰਦੀ। ਦੂਜਾ ਹੈ ਡਾਟਾ ਨੂੰ ਸਿਲੈਕਟ ਕਰਨਾ ਅਤੇ ਡਾਟਾ ਨੂੰ ਯੂਜ਼ ਕਰਨਾ ਹਿਊਮਨ ਬਾਇਸ ਹੁੰਦੀ ਹੈ, ਕਿਉਂਕਿ ਹਰ ਬੰਦਾ ਆਪਦੇ ਇੰਟਰਸਟ ਦੇ ਅਕੋਰਡਿੰਗ ਚੀਜ਼ਾਂ ਨੂੰ ਐਕਸਪਲੇਨ ਕਰਦਾ, ਇੰਟਰਸਟ ਦੇ ਅਕੋਰਡਿੰਗ ਚੀਜ਼ਾਂ ਨੂੰ ਯੂਜ਼ ਕਰਦਾ ਹੈ। ਜਿਹੜਾ ਹਿਊਮਨ ਦਾ ਪ੍ਰੋਬਲਮ ਸੋਲਵਿੰਗ ਬਿਹੇਵੀਅਰ ਉਹ ਵੀ ਅਲੱਗ-ਅਲੱਗ ਹੁੰਦਾ, ਹਿਊਮਨ ਟੂ ਹਿਊਮਨ ਵੈਰੀ ਕਰਦਾ। ਕੋਈ ਬੰਦਾ ਹੈਗਾ ਜਿਹੜਾ ਹੈ ਸ਼ਾਰਟਕਟ ਮੈਥਡ ਅਪਣਾਉਂਦੇ ਆ, ਕੁਛ ਚਾਹੁੰਦੇ ਆ ਕਿ ਲੰਬਾ ਟਾਈਮ ਲੱਗ ਜੇ ਬਟ ਬੈਸਟ ਸੋਲਿਊਸ਼ਨ ਮਿਲਦੇ ਹੋਣ। ਤਾਂ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਆਪਾਂ ਨੂੰ ਫੇਸ ਕਰਨੀਆਂ ਪੈਂਦੀਆਂ ਜਦੋਂ ਆਪਾਂ ਰਿਕੁਆਇਰਮੈਂਟ ਇਕੱਠੀਆਂ ਕਰਦੇ ਹਾਂ। ਸਟ੍ਰੈਟਜੀ ਕਿਹੜੀ ਹੈ, ਤੁਸੀਂ ਕੁਐਸਚਨ ਆਸਕ ਕਰ ਸਕਦੇ ਹੋ, ਜਾਂ ਕੋਈ ਬਣਿਆ ਸਿਸਟਮ ਪਿਆ ਹੈ ਉਹਦੇ ਬਾਰੇ ਇਨਫੋਰਮੇਸ਼ਨ ਗੈਟ ਕਰ ਸਕਦੇ ਹੋ, ਜਾਂ ਪ੍ਰੋਟੋਟਾਈਪਿੰਗ ਮੈਥਡ, ਵਾਰੀ ਅੱਜ ਇੱਕ ਰਿਕੁਆਇਰਮੈਂਟ ਦੱਸੀ ਹੈ, ਕੱਲ੍ਹ ਨੂੰ ਤੋਂ ਦੁਬਾਰਾ ਕੁਐਸਚਨ ਪੁੱਟ ਕਰ ਲਓ, ਦੂਜੀ ਦੱਸ ਦਿਓ, ਫਿਰ ਤੀਸਰੀ ਰਿਕੁਆਇਰਮੈਂਟ ਦੱਸ ਦੇ। ਪ੍ਰੋਟੋਟਾਈਪਿੰਗ ਮੈਥਡ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਐਕਟਿਵ ਵੇ ਦੇ ਵਿੱਚ ਚੱਲਦਾ ਜਾਂਦਾ ਹੈ। ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਹਰ ਵਾਰ ਨਵੀਂ ਰਿਕੁਆਇਰਮੈਂਟ ਐਡ ਹੋ ਜਾਂਦੀ ਹੈ। ਪਹਿਲਾ ਹੈਗਾ ਆਪਣਾ ਆਸਕਿੰਗ ਪ੍ਰੋਸੈਸ ਦੇ ਵਿੱਚ ਤੁਸੀਂ ਕੀ ਕੁਐਸਚਨ ਆਸਕ ਕਰ ਸਕਦੇ ਹੋ। ਇਹਦੇ ਵਿੱਚ ਤੁਸੀਂ ਯੂਜ਼ਰ ਨੂੰ ਕੁਐਸਚਨ ਪੁੱਟ ਕਰਨੇ ਹੁੰਦੇ ਆ ਉਹਦੀਆਂ ਰਿਕੁਆਇਰਮੈਂਟ ਨੂੰ ਜਾਣਨ ਵਾਸਤੇ। ਪਹਿਲਾ ਮੈਥਡ ਹੈ ਬੇਟਾ ਕੁਐਸਚਨ, ਓਪਨ ਐਂਡ ਕੁਐਸਚਨ ਰੱਖ ਦਿਓ ਤੁਸੀਂ, ਵਟ ਇਜ਼ ਯੂਅਰ ਪ੍ਰੋਬਲਮ, ਤਾਂ ਉਹ ਪ੍ਰੋਬਲਮ ਐਕਸਪਲੇਨ ਕਰਨਾ ਚਾਹੂਗਾ। ਬਟ ਟਾਈਪ ਆਫ ਰਿਜ਼ਲਟ ਯੂ ਨੀਡ, ਉਹ ਰਿਜ਼ਲਟ ਦੱਸਣਾ ਸ਼ੁਰੂ ਕਰ ਦੂਗਾ। ਜਾਂ ਤੁਸੀਂ ਬ੍ਰੇਨਸਟੋਰਮਿੰਗ ਕੁਐਸਚਨ, ਉਹਦੇ ਵਿੱਚ ਕੀ ਹੈਗਾ ਕਿ ਇਹ ਤੁਸੀਂ ਪ੍ਰੋਬਲਮ ਸੋਲਵ ਕਰਵਾਉਣਾ ਚਾਹੁੰਦੇ ਹੋ। ਮੰਨ ਲਓ ਤੁਸੀਂ ਇੱਕ ਨਵਾਂ ਬਿਜ਼ਨਸ ਸਟਾਰਟ ਕੀਤਾ ਹੈ, ਨਵੇਂ ਬਿਜ਼ਨਸ ਵਿੱਚ ਤੁਹਾਡੇ ਕੋਲ 50 ਜਾਂ 60 ਪ੍ਰੋਡਕਟ ਨੇ, ਇਹਨਾਂ ਪ੍ਰੋਡਕਟ ਦੇ ਵਿੱਚੋਂ ਤੁਹਾਨੂੰ ਇਹਨਾਂ ਦੇ ਉੱਤੇ ਤੁਹਾਨੂੰ ਸੇਲ ਵੀ ਲਾਉਣੀ ਪਏਗੀ, ਡਿਸਕਾਊਂਟ ਵੀ ਦੇਣਾ ਪੈਣਾ, ਜਾਂ ਸਟਾਰਟਿੰਗ ਦੇ ਵਿੱਚ ਕਸਟਮਰ ਨੂੰ ਅਟਰੈਕਟ ਕਰਨ ਵਾਸਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਪੋਲਿਸੀਜ਼ ਅਪਣਾਉਣੀਆਂ ਪੈਣੀਆਂ। ਦੈਟ ਇਜ਼ ਬ੍ਰੇਨਸਟੋਰਮਿੰਗ ਕੁਐਸਚਨ ਕਿ ਅਗਰ ਇਹ ਹੋ ਜੇ, ਇਹ ਚੀਜ਼ ਆ ਜੇ, ਦੈਨ ਤੁਸੀਂ ਕੀ ਕਰਨਾ ਚਾਹੋਗੇ। ਅਗਰ ਇਸ ਤਰ੍ਹਾਂ ਦੀ ਪੋਲਿਸੀ ਚੇਂਜ ਹੋ ਜੇ ਦੈਨ ਤੁਸੀਂ ਕੀ ਕਰਨਾ ਚਾਹੋਗੇ। ਤਾਂ ਗਰੁੱਪ ਡਿਸਕਸ਼ਨ
ਹੋ ਸਕਦਾ ਹੈਗਾ ਕਿ ਆਪਾਂ ਪੂਰੇ ਦੇ ਪੂਰੇ ਕਈ ਸਾਰੇ ਯੂਜ਼ਰ ਇਕੱਠੇ ਬਿਠਾ ਦਈਏ, ਜਾਂ ਉਸ ਪਰਟੀਕੂਲਰ ਸਿਸਟਮ ਨਾਲ ਰਿਲੇਟਡ ਜਿਹੜੇ ਪਰਸਨ ਹੈ ਜਾਂ ਜਿਨ੍ਹਾਂ ਨੂੰ ਉਸ ਬਾਰੇ ਸਿਸਟਮ ਬਾਰੇ ਨੌਲੇਜ ਹੈ, ਉਹਨਾਂ ਬੰਦਿਆਂ ਨੂੰ ਆਪਾਂ ਇਕੱਠਾ ਬਿਠਾ ਦਈਏ ਅਤੇ ਗਰੁੱਪ ਡਿਸਕਸ਼ਨ ਕਰੀਏ। ਗਰੁੱਪ ਡਿਸਕਸ਼ਨ ਦੇ ਵਿੱਚ ਆਪਣੇ ਕੋਲ ਵੇਰੀਅਸ ਪੀਪਲ ਤੋਂ ਵੇਰੀਅਸ ਆਈਡੀਆਜ਼ ਆਉਣਗੇ, ਜਿਹਦੇ ਨਾਲ ਆਪਣਾ ਸਿਸਟਮ ਬਹੁਤ ਵਧੀਆ ਬਣ ਸਕਦਾ ਹੈ। ਦੂਸਰਾ ਮੈਥਡ ਹੈਗਾ ਗੈਟਿੰਗ ਇਨਫੋਰਮੇਸ਼ਨ ਫਰੋਮ ਦਾ ਐਗਜ਼ਿਸਟਿੰਗ ਸਿਸਟਮ। ਹੋ ਸਕਦਾ ਹੈ ਕਿ ਜਿਹੜਾ ਸਿਸਟਮ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸ ਤਰ੍ਹਾਂ ਦਾ ਪਹਿਲਾਂ ਹੀ ਸਿਸਟਮ ਕੋਈ ਮਾਰਕੀਟ ਦੇ ਵਿੱਚ ਪਿਆ, ਕਰੰਟਲੀ ਉਹਦੇ ਉੱਤੇ ਕੰਮ ਕਰਿਆ ਜਾ ਰਿਹਾ। ਤੁਸੀਂ ਉਸ ਸਿਸਟਮ ਨੂੰ ਪ੍ਰੋਪਰਲੀ ਜਾਣ ਲਓ, ਉਹਨੂੰ ਰਨ ਕਰਕੇ ਦੇਖ ਲਓ, ਉਹਨੂੰ ਛੋਟੇ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਕਿੱਦਾਂ ਸੋਲਵ ਕੀਤਾ ਗਿਆ, ਤੁਸੀਂ ਇਹ ਚੀਜ਼ਾਂ ਚੈੱਕ ਕਰ ਲਓ। ਇਹਦੇ ਨਾਲ ਤੁਹਾਨੂੰ ਇਹ ਫਾਇਦਾ ਹੋਏਗਾ ਕਿ ਜਿਹੜਾ ਤੁਹਾਡਾ ਨਵਾਂ ਸਿਸਟਮ ਬਣੇਗਾ, ਪ੍ਰੀਵੀਅਸ ਸਿਸਟਮ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਓਵਰਕਮ ਕਰਦਾ ਹੋਏਗਾ। ਪ੍ਰੋਬਲਮ ਡੈਫੀਨੇਸ਼ਨ ਜਿਹੜੀ ਪ੍ਰੋਜੈਕਟ ਇਨੀਸ਼ੀਏਸ਼ਨ ਹੈ, ਇਹਦੇ ਵਿੱਚ ਕੀ ਹੈ ਕਿ ਜਦੋਂ ਪ੍ਰੋਬਲਮ ਤੁਹਾਨੂੰ, ਹੁਣ ਦੇਖੋ ਯੂਜ਼ਰ ਨਾਲ ਕੁਐਸਚਨ ਵੀ ਕਰ ਲਿਆ, ਬ੍ਰੇਨਸਟੋਰਮਿੰਗ ਵੀ ਹੋ ਗਈ, ਇਨਫੋਰਮੇਸ਼ਨ ਵੀ ਗੈਦਰ ਕਰ ਲਈ ਹੈ, ਰਿਕੁਆਇਰਮੈਂਟ ਇਕੱਠੀਆਂ ਕਰਕੇ ਇੱਕ ਡਾਕੂਮੈਂਟ ਤਿਆਰ ਕਰ ਲਿਆ, ਬੇਸਿਕ ਇਨਫੋਰਮੇਸ਼ਨ ਉਹਦੇ ਵਿੱਚ ਹੈ। ਜਦੋਂ ਪ੍ਰੋਬਲਮ ਚੰਗੀ ਤਰ੍ਹਾਂ ਤੁਸੀਂ ਲਿਖ ਲਈ ਹੈ, ਦੈਨ ਉਹਨੂੰ ਸਮਝ ਲਿਆ ਹੈ ਅਤੇ ਯੂਜ਼ਰ ਦੇ ਨਾਲ ਇੰਟਰੈਕਸ਼ਨ ਪ੍ਰੋਪਰਲੀ ਹੋ ਰਿਹਾ, ਯੂਜ਼ਰ ਉਹ ਤੋਂ ਐਗਰੀ ਹੈ ਕਿ ਜੋ ਵੀ ਤੁਸੀਂ ਲਿਖਿਆ ਬਿਲਕੁਲ ਸਹੀ ਹੈ, ਜੋ ਮੈਂ ਚਾਹੁੰਦਾ ਸੀ ਉਹੀ ਲਿਖਿਆ ਹੋਇਆ ਹੈ, ਇਸ ਤਰ੍ਹਾਂ ਦਾ ਸਿਸਟਮ ਬਣਾ ਲਓ। ਦੈਨ ਐਨਾਲਿਸਿਸ ਇਸ ਦੀ ਡੈਫੀਨੇਸ਼ਨ ਲਿਖਣੀ ਸ਼ੁਰੂ ਕਰ ਦਿੰਦਾ ਹੈ। ਬੈਕਗਰਾਊਂਡ ਐਨਾਲਿਸਿਸ ਦੇ ਵਿੱਚ ਕੀ ਹੈ ਕਿ ਜਦੋਂ ਸਿਸਟਮ ਇਨੀਸ਼ੀਏਟ ਕਰਨਾ ਹੈ, ਸਟਾਰਟ ਕਰਨਾ ਹੈ, ਆਪਾਂ ਪਹਿਲਾਂ ਉਹਦੀ ਬੈਕਗਰਾਊਂਡ ਐਗਜ਼ਿਸਟਿੰਗ ਸਿਸਟਮ ਦੀ ਕੀ ਸੈਟਿੰਗ ਸੀ, ਕਿਸ ਤਰ੍ਹਾਂ ਉਹ ਕੰਮ ਕਰਦਾ ਸੀ, ਕਿਸ ਤਰ੍ਹਾਂ ਦਾ ਫਿਜ਼ੀਕਲ ਇਨਵਾਇਰਮੈਂਟ ਉਹਨੂੰ ਚਾਹੀਦਾ ਸੀ, ਉਹ ਸਾਰੇ ਸਿਸਟਮ ਨੂੰ ਆਪਾਂ ਐਨਾਲਾਈਜ਼ ਕਰਾਂਗੇ। ਫੈਕਟ ਫਾਈਂਡਿੰਗ ਦੇ ਵਿੱਚ ਕੀ ਹੈ ਕਿ ਆਪਾਂ ਜਦੋਂ ਆਪਣੇ ਕੋਲ ਕਿਸੇ ਵੀ ਸਿਸਟਮ ਦੀ ਬੈਕਗਰਾਊਂਡ ਨੌਲੇਜ ਆ ਜਾਂਦੀ ਹੈ, ਤਾਂ ਉਹਦੇ ਬਾਰੇ ਆਪਾਂ ਡਾਟਾ ਕਲੈਕਟ ਕਰਨਾ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਆਊਟਪੁੱਟ ਜਨਰੇਟ ਕਰਦਾ ਹੈ ਸਿਸਟਮ, ਕਿਸ ਤਰ੍ਹਾਂ ਦੀ ਇਨਪੁੱਟ ਆਉਂਦੀ ਹੈ ਅਤੇ ਕਿੰਨੀ ਇਹਦੀ ਹਾਰਡਵੇਅਰ, ਸੌਫਟਵੇਅਰ ਜਾਂ ਮੈਨ ਪਾਵਰ ਟੋਟਲ ਕੋਸਟ ਕਿੰਨੀ ਪੈਂਦੀ ਹੈ। ਇਹਦੇ ਨਾਲ ਆਪਾਂ ਨੂੰ ਰਫ ਆਈਡੀਆ ਹੋ ਜਾਂਦਾ ਹੈ ਕਿਹੜੇ ਡਾਟਾ ਕਲੈਕਸ਼ਨ ਦੇ ਟੂਲਸ ਯੂਜ਼ ਕੀਤੇ ਆ। ਜਦੋਂ ਆਪਾਂ ਡਾਟਾ ਕਲੈਕਟ ਕਰਨੇ ਆ, ਫੈਕਟ ਫਾਈਂਡ ਕਰਨੇ ਆ, ਆਪਾਂ ਰਿਟਨ ਡਾਕੂਮੈਂਟ ਦੇ ਵਿੱਚ ਵੀ ਰਿਵਿਊ ਲੈ ਸਕਦੇ ਹਾਂ, ਆਪਾਂ ਉਸ ਪਰਟੀਕੂਲਰ ਸਾਈਟ 'ਤੇ ਜਾ ਕੇ ਓਬਜ਼ਰਵ ਕਰ ਸਕਦੇ ਆ, ਮਸ਼ੀਨ ਨੂੰ ਰਨ ਕਰਕੇ ਦੇਖ ਸਕਦੇ ਆ, ਜਾਂ ਜਿਹੜੇ ਲੋਕ ਉਸ ਮਸ਼ੀਨ ਨੂੰ ਰਨ ਕਰਦੇ ਆ, ਸਿਸਟਮ ਦੇ ਉੱਤੇ ਕੰਮ ਕਰ ਰਹੇ ਆ, ਉਹਨਾਂ ਦਾ ਇੰਟਰਵਿਊ ਲੈ ਸਕਦੇ ਆ, ਜਾਂ ਇੱਕ ਆਪਾਂ ਕੁਐਸਚਨ ਪੇਪਰ ਬਣਾ ਕੇ, ਇੱਕ ਕੁਐਸਚਨੀਅਰ ਬਣਾ ਕੇ ਉਹਨਾਂ ਨੂੰ ਡਿਸਟਰੀਬਿਊਟ ਕਰ ਸਕਦੇ ਆ ਕਿ ਇਹਦੇ ਵਿੱਚ ਆਪਣੀ ਚੋਇਸਿਸ ਐਂਟਰ ਕਰੋ, ਮਲਟੀਪਲ ਚੋਇਸ ਕੁਐਸਚਨਸ ਨੇ, ਆਪਣੇ ਆਈਡੀਆਜ਼ ਦਿਓ, ਤੁਸੀਂ ਸਿਸਟਮ ਦੇ ਉੱਤੇ ਕਿਵੇਂ ਕੰਮ ਕਰ ਰਹੇ ਸੀ। ਹੁਣ ਆਪਾਂ ਉਹਨਾਂ ਨੂੰ ਅਸਾਈਨਮੈਂਟ ਦਿੱਤੇ ਕਿ ਇਹਦੇ ਵਿੱਚ ਕੀ ਹੈ, ਸਿਸਟਮ ਐਨਾਲਿਸਿਸਟ, ਉਹਨੂੰ ਪੂਰੀ ਨੌਲੇਜ ਹੁੰਦੀ ਹੈ, ਟੈਕਨੀਕਲ ਐਂਡ ਉਹਦੇ ਪੂਰੇ ਸਕਿੱਲਸ ਹੁੰਦੇ ਆ, ਉਹ ਆਪਣੇ ਸਕਿੱਲਸ ਨੂੰ ਇਲੈਬੋਰੇਟ ਕਰਦਾ ਹੈ। ਇਲੈਬੋਰੇਟ ਕਰਨ ਦਾ ਮਤਲਬ ਕੀ ਹੈ, ਯੂਜ਼ਰ ਨੇ ਆਪਦੀਆਂ ਰਿਕੁਆਇਰਮੈਂਟ ਦੱਸਦੀ ਹੈ, ਯੂਜ਼ਰ ਨੇ ਆਪਦੀ ਪੂਰੀ ਫੰਕਸ਼ਨਿੰਗ ਦੱਸਦੀ ਹੈ, ਯੂਜ਼ਰ ਨੇ ਆਪਦੀ ਪ੍ਰੋਬਲਮ ਦੱਸ ਦਿੱਤੀ ਹੈ। ਹੁਣ ਸਿਸਟਮ ਐਨਾਲਿਸਿਸ ਆਪਣੇ ਐਕਸਪੀਰੀਅੰਸ ਦੇ ਬੇਸ 'ਤੇ, ਆਪਣੇ ਟੈਕਨੀਕਲ ਸਕਿੱਲਸ ਦੇ ਬੇਸ ਦੇ ਉੱਤੇ, ਇੰਟਰਪਰਸਨਲ ਸਕਿੱਲ ਦੇ ਬੇਸ ਦੇ ਉੱਤੇ ਉਹਨਾਂ ਸਾਰੀਆਂ ਸਿਸਟਮ ਨੂੰ ਇਲੈਬੋਰੇਟ ਕਰੇਗਾ, ਉਹ ਸਾਰੀਆਂ ਪ੍ਰੋਬਲਮਸ ਨੂੰ ਇਲੈਬੋਰੇਟ ਕਰੇਗਾ, ਉਹ ਸਾਰੀਆਂ ਰਿਕੁਆਇਰਮੈਂਟ ਨੂੰ ਇਲੈਬੋਰੇਟ ਕਰੇਗਾ, ਪੂਰਾ ਡੀਪ ਡਿਸਕਸ਼ਨ ਕਰੇਗਾ, ਉਹਦੇ ਉੱਤੇ ਥਿੰਕ ਕਰੇਗਾ। ਉਸ ਤੋਂ ਬਾਅਦ ਡਿਫਰੈਂਸ ਬਿਟਵੀਨ ਓਪਨ ਐਂਡ ਕਲੋਜ਼ ਐਂਡ ਕੁਐਸਚਨ ਉਹ ਇਲਸਟ੍ਰੇਟ ਕਰੇਗਾ ਕਿ ਜਿਹੜੇ ਮੈਂ ਕਲੋਜ਼ ਸਿਸਟਮ ਹੁੰਦੇ ਆ ਬੇਟਾ ਜਿਹਦੇ ਵਿੱਚ ਆਪਣੇ ਕੋਲ ਚੋਇਸਿਸ ਹੋਣੀਆਂ, ਮਲਟੀਪਲ ਚੋਇਸ। ਓਪਨ ਐਂਡ ਕੁਐਸਚਨ ਹੁੰਦੇ ਆ ਬੇਟਾ ਜਿਹਦੇ ਵਿੱਚ ਤੁਸੀਂ ਲਿਖਦਾ ਵਟ ਇਜ਼ ਦਿਸ, ਵਟ ਇਜ਼ ਸਿਸਟਮ, ਦੈਨ ਪੂਰਾ ਉਹ ਕੋਈ ਇੱਕ ਲਾਈਨ ਲਿਖੇਗਾ, ਕੋਈ 2 ਲਾਈਨਾਂ ਲਿਖੇਗਾ, ਕੋਈ 10 ਲਾਈਨਾਂ ਲਿਖੇਗਾ, ਦੈਟ ਇਜ਼ ਓਪਨ ਐਂਡਡ ਕੁਐਸਚਨ। ਹੁਣ ਇਹਨਾਂ ਦੋਨਾਂ ਕੁਐਸਚਨਸ ਦੇ ਬੇਸ ਦੇ ਉੱਤੇ ਇਲਸਟ੍ਰੇਟ ਕਰੇਗਾ ਕੀ ਡਿਫਰੈਂਸ ਹੈ, ਲੋਕਾਂ ਦੇ ਵਿਊਜ਼ ਕੀ ਹੈ। ਉਹ ਕਹਿੰਦਾ ਜੀ ਯੂਜ਼ਰ ਦੀਆਂ ਰਿਕੁਆਇਰਮੈਂਟ ਨੂੰ ਡਿਫਿਕਲਟ ਕਿਉਂ ਹੈ, ਉਹ ਅਸਾਈਨ ਕਰੇਗਾ, ਇਸ ਟਾਸਕ ਨੂੰ ਵੀ ਪਰਫੋਰਮ ਕਰੇਗਾ ਕਿ ਯੂਜ਼ਰ ਦੀਆਂ ਰਿਕੁਆਇਰਮੈਂਟ, ਕਿਉਂਕਿ ਉਹਦੇ ਕੋਲੇ ਸਕਿੱਲ ਹੈ, ਉਹਦੇ ਕੋਲੇ ਨੌਲੇਜ ਹੈ, ਉਹਦੇ ਕੋਲੇ ਪੂਰਾ ਦਾ ਪੂਰਾ ਫੁੱਲ ਫਲੈਜ ਟੈਕਨੀਕਲ ਮਟੀਰੀਅਲ ਹੈ, ਫੁੱਲ ਫਲੈਜ ਟੈਕਨੀਕਲ ਸਕਿੱਲਸ ਨੇ, ਦੈਨ ਉਹ ਪੂਰੀ ਬੈਟਰ ਵੇ ਦੇ ਨਾਲ ਅੰਡਰਸਟੈਂਡ ਕਰ ਪਾਏਗਾ। ਫਿਰ ਉਹਦੇ ਵਿੱਚ ਦੇਖੇਗਾ ਕਿ ਕੀ ਚੀਜ਼ਾਂ ਯੂਜ਼ਰ ਨੇ ਪ੍ਰੋਵਾਈਡ ਕਰਤੀਆਂ, ਕੀ ਚੀਜ਼ਾਂ ਇੰਪੋਰਟੈਂਟ ਨੇ, ਫਿਰ ਉਹਨਾਂ ਦਾ ਇੱਕ ਡਾਕੂਮੈਂਟ ਤਿਆਰ ਕਰੇਗਾ ਕਿ ਇਹ ਵਾਲੀਆਂ ਰਿਕੁਆਇਰਮੈਂਟ ਜ਼ਰੂਰੀ ਸੀ ਜੋ ਆਪਾਂ ਸਿਸਟਮ ਦੇ ਵਿੱਚ ਦੱਸ ਦਿੱਤੀਆਂ ਨੇ, ਇਹਨਾਂ ਰਿਕੁਆਇਰਮੈਂਟ ਨੂੰ ਲੈ ਕੇ ਆਪਾਂ ਨਵਾਂ ਸਿਸਟਮ ਡਿਜ਼ਾਈਨ ਕਰਨਾ ਹੈ। ਇਹ ਬੇਟਾ ਹੈਗਾ ਆਪਣਾ ਅੱਜ ਦਾ, ਜਿਹਦੇ ਵਿੱਚ ਆਪਾਂ ਡਿਸਕਸ ਕੀਤਾ ਕਿ ਇਨੀਸ਼ੀਅਲ